ਤਨ ਜਨਮ ਤਾਹੀ ਕੋ ਗਣੈ, ਮਾਰੈ ਏਕੈ ਤਜ ਜਾਏ ਖਣੈ। ਲੋ ਭਗਤ ਕਬੀਰ ਜੀ ਕਹਿੰਦੇ ਨੇ ਧਨ ਜਨਮ ਤਾਹੀ ਕੋ ਗਣੈ, ਵੀ ਉਹਦਾ ਜਨਮ ਧਨਤਾ ਯੋਗ ਗਿਣਿਆ ਜਾਂਦਾ ਹੈ। ਉਸ ਧਰਮੀ ਸੂਰਬੀਰ ਦਾ ਜਨਮ ਧਨਤਾ ਯੋਗ ਵਿਚਾਰਿਆ ਜਾਂਦਾ ਹੈ। ਮਾਰਹਿ ਏਕੈ, ਜਿਹੜਾ ਇੱਕ ਦੁਸ਼ਮਣ ਦੇ ਜਰਨੈਲ ਨੂੰ ਮਾਰ ਦੇਵੇ, ਜਿਹੜਾ ਮੋਢੀ ਹੋਵੇ ਉਹਨੂੰ ਮਾਰ ਦੇਵੇ, ਤਜ ਜਾਏ ਕਣੈ, ਤੇ ਫਿਰ ਜਿਹੜੇ ਹੋਰ ਛੋਟੇ ਮੋਟੇ ਦੁਸ਼ਮਣ ਨੇ ਸਿਪਾਹੀ ਉਹ ਡਰਦੇ ਹੀ ਛੱਡ ਜਾਂਦੇ ਨੇ, ਉਹ ਮੈਦਾਨ ਛੱਡ ਕੇ ਭੱਜ ਜਾਂਦੇ ਨੇ। ਕਿਉਂਕਿ ਫੌਜ ਦਾ ਇਹ ਇੱਕ ਅਸੂਲ ਹੁੰਦਾ, ਜਦੋਂ ਉਸਦਾ ਜਰਨੈਲ ਮਾਰਿਆ ਜਾਵੇ ਫੌਜ ਭੱਜ ਜਾਂਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਸਾਡੇ ਵੀ ਦੁਸ਼ਮਣ ਬਹੁਤ ਨੇ, ਪਰ ਸਭ ਤੋਂ ਵੱਡਾ ਦੁਸ਼ਮਣ ਸਾਡਾ ਮਨ ਹੀ ਹੈ। ਮਾਰਹਿ ਏਕੈ, ਗੁਰਮੁਖ ਆਪਣੇ ਇਸ ਮਨ ਵੈਰੀ ਨੂੰ ਮਾਰ ਲੈਂਦੇ ਨੇ। ਤਜ ਜਾਏ ਕਣਿਆ, ਤੇ ਜਿਹੜੇ ਮਨ ਦੇ ਹੋਰ ਸਾਥੀ ਨੇ, ਵਿਕਾਰ ਨੇ, ਐਬ ਨੇ, ਉਹ ਆਪਣੇ ਆਪ ਹੀ ਖਹਿੜਾ ਛੱਡ ਜਾਂਦੇ ਹਨ। ਤਤਾ ਅਤਰ ਤਰਿਓ ਨ ਜਾਈ, ਤਨ ਤ੍ਰਿਭਵਨ ਮੈਂ ਰਹਿਓ ਸਮਾਈ। ਲਓ ਹੁਣ ਤੱਤੇ ਅੱਖਰ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਨੇ। ਤੱਤਾ ਕੀ ਕਹਿ ਰਿਹਾ ਹੈ? ਤੱਤਾ ਅਤਰ। ਤੱਤਾ ਇਹ ਕਹਿੰਦਾ ਹੈ ਵੀ ਇਹ ਜਿਹੜਾ ਸੰਸਾਰ ਹੈ ਇਸ ਨੂੰ ਤਰਨਾ ਬਹੁਤ ਕਠਿਨ ਹੈ। ਅਤਰ ਦਾ ਅਰਥ ਹੁੰਦਾ ਵੀ ਤਰਨਾ ਕਠਿਨ। ਇਹ ਜਿਹੜਾ ਸੰਸਾਰ ਸਮੁੰਦਰ ਹੈ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਐ ਪਾਰੋ, ਤਰਿਓ ਨਹਿ ਜਾਈ, ਇਹਨੂੰ ਤਰਿਆ ਨਹੀਂ ਜਾ ਸਕਦਾ। ਤਨ ਤ੍ਰੇ ਭਵਨ ਮੈਂ ਰਹਿਓ ਸਮਾਈ, ਪਰ ਇਹ ਜਿਹੜਾ ਸਾਡਾ ਤਨ ਸਰੀਰ ਹੈ, ਸਰੀਰ ਦਾ ਅੰਗ ਅੰਗ ਤ੍ਰਿਭਵਨ ਮੈਂ ਰਹਿਓ ਸਮਾਈ, ਇਹ ਜਿਹੜਾ ਤ੍ਰਿਭਵਨ ਰੂਪ ਸੰਸਾਰ ਹੈ ਇਹਦੇ ਵਿੱਚ ਸਮਾਈ ਦਾ ਅਰਥ ਗੋਤੇ ਖਾ ਰਿਹਾ ਹੈ। ਇਹ ਸੰਸਾਰ ਸਮੁੰਦਰ ਹੈ ਨਾ। ਭਗਤ ਜੀ ਕਹਿੰਦੇ ਨੇ ਸੰਸਾਰ ਦੇ 3 ਟਿਕਾਣੇ ਨੇ, ਇੱਕ ਪਤਾਲ ਹੈ, ਇੱਕ ਧਰਤੀ ਹੈ ਤੇ ਦੂਸਰਾ ਸਵਰਗ ਹੈ। ਇਹ ਜਿਹੜਾ ਮਨੁੱਖ ਦਾ ਤਨ ਸਰੀਰ ਹੈ ਤਿੰਨੇ ਭਵਨਾਂ ਦੇ ਵਿੱਚ ਹੀ ਸਮਾਰਿਆ ਹੈ। ਇਹਦਾ ਮਤਲਬ ਇਹ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾ ਰਿਹਾ ਹੈ। ਜੋ ਤ੍ਰਿਭਵਨ ਤਨ ਮਾਏ ਸਮਾਵਾ, ਤੋ ਤਤੈ ਤਤ ਮਿਲਿਆ ਸਚ ਪਾਵਾ। ਲੋ ਭਗਤ ਜੀ ਕਹਿੰਦੇ ਨੇ ਜੋ ਤ੍ਰਿਭਵਨ, ਫਿਰ ਇਹ ਤਿੰਨੇ ਭਵਨਾਂ ਦਾ ਮਾਲਕ ਅਕਾਲ ਪੁਰਖ ਹੈ। ਠੀਕ ਹੈ, ਸਾਡਾ ਮਨ ਇਹ ਤਿੰਨੇ ਭਵਨਾਂ ਰੂਪੀ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾ ਰਿਹਾ ਹੈ, ਪਰ ਇਸ ਤੋਂ ਬਚਣ ਦਾ ਤਰੀਕਾ ਭਗਤ ਜੀ ਦੱਸ ਰਹੇ ਨੇ। ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਜਦੋਂ ਤਿੰਨਾਂ ਭਵਨਾਂ ਦਾ ਮਾਲਕ ਅਕਾਲ ਪੁਰਖ ਹੈ ਉਹ ਇਸ ਮਨੁੱਖੀ ਤਨ ਮਾਹੇ ਮਨੁੱਖੀ ਸਰੀਰ ਦੇ ਵਿੱਚ ਆ ਕੇ ਸਮਾ ਜਾਂਦਾ ਹੈ। ਭਾਵ ਜਦੋਂ ਕਿਸੇ ਮਨੁੱਖ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਭਵਨਾਂ ਦਾ ਸੁਆਮੀ ਆ ਕੇ ਸਮਾ ਜਾਂਦਾ ਹੈ ਤਾਂ ਉਹ ਤੱਤ ਹੈ ਤਤ ਮਿਲਿਆ। ਫਿਰ ਜਿਹੜਾ ਜੀਵ ਤੱਤ ਹੈ ਉਸ ਬ੍ਰਹਮ ਤੱਤ ਦੇ ਨਾਲ ਮਿਲ ਜਾਂਦਾ ਹੈ, ਅਥਵਾ ਆਤਮ ਤੱਤ ਪਰਮ ਤੱਤ ਦੇ ਨਾਲ ਮਿਲ ਜਾਂਦਾ ਹੈ। ਜਿਹੜੀ ਸਾਡੇ ਅੰਦਰ ਪਰਤਕ ਜੋਤ ਹੈ ਉਹ ਪਰਮ ਜੋਤ ਵਿੱਚ ਅਭੇਦ ਹੋ ਜਾਂਦੀ ਹੈ। ਸੱਚ ਭਾਵਾ, ਫਿਰ ਸੱਚ ਸਰੂਪ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਜਾਂਦਾ ਹੈ। ਥਥਾ ਅਥਾ ਥਾ ਨਹੀਂ ਪਾਵਾ, ਉਹ ਅਥਾ ਇਉ ਥਿਰ ਨਾ ਰਹਾਵਾ। ਲੋ ਭਗਤ ਜੀ ਫਰਮਾਉਂਦੇ ਨੇ ਥੱਥਾ ਕਰ ਅੱਗੇ ਕੀ ਉਪਦੇਸ਼ ਦੇ ਰਿਹਾ ਹੈ। ਥੱਥਾ ਇਹ ਕਹਿੰਦਾ ਹੈ ਅਥਾਹ, ਉਹ ਅਕਾਲ ਪੁਰਖ ਵਾਹਿਗੁਰੂ ਸਮੁੰਦਰ ਵਾਂਗੂ ਅਥਾ ਬਹੁਤ ਡੂੰਘਾ ਹੈ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਥੱਥਾ ਖਰੀ ਕਹਿ ਰਿਹਾ ਹੈ ਕਿ ਉਹ ਵਾਹਿਗੁਰੂ ਅਥਾ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਥਾਹ ਨਹੀਂ ਪਾਵਾ, ਉਹਦਾ ਕੋਈ ਵੀ ਥਾਹ ਨਹੀਂ ਪਾ ਸਕਦਾ, ਕੋਈ ਹਾਥ ਨਹੀਂ ਪਾ ਸਕਦਾ। ਉਹ ਅਥਾਹ, ਉਹ ਅਕਾਲ ਪੁਰਖ ਵਾਹਿਗੁਰੂ ਤੇ ਅਥਾ ਬੇਹਾਥ ਡੂੰਘਾ ਹੈ। ਇਹੋ ਥਿਰ ਨਾ ਰਹਾਵਾ, ਪਰ ਇਹ ਸਾਡਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜ ਕੇ ਸਥਿਰ ਨਹੀਂ ਰਹਿੰਦਾ। ਜੇ ਤੇ ਵਾਹਿਗੁਰੂ ਦੇ ਨਾਲ ਜੁੜ ਜਾਵੇ ਫਿਰ ਤੇ ਮਨ ਨੂੰ ਸਥਿਰਤਾ ਪ੍ਰਾਪਤ ਹੋ ਸਕਦੀ ਹੈ, ਪਰ ਉਹ ਵਾਹਿਗੁਰੂ ਇੰਨਾ ਡੂੰਘਾ ਹੈ ਮਨ ਉੱਥੋਂ ਤੱਕ ਜਾ ਨਹੀਂ ਸਕਦਾ। ਇਸੇ ਲਈ ਮਨ ਉਹਦੇ ਵਿੱਚ ਸਥਿਰ ਹੋ ਕੇ ਟਿਕਦਾ ਨਹੀਂ ਹੈ। ਥੋੜੈ ਥਲ ਥਾਨਕ ਆਰੰਭੈ, ਬਿਨਹੀ ਥਾਬੈ ਮੰਦਰ ਥੰਬੈ। ਲੋ ਸਾਡੇ ਮਨ ਦੀ ਕੀ ਹਾਲਤ ਹੈ? ਭਗਤ ਜੀ ਕਹਿੰਦੇ ਨੇ ਥੋੜਾ ਥਲ, ਵੀ ਥੋੜਾ ਜਿਹਾ ਥਾਂ ਹੈ। ਮਨ ਬੜਾ ਸੂਖਮ ਹੈ, ਜਿੱਥੇ ਮਨ ਰਹਿੰਦਾ ਹੈ ਨਾ ਤੇ ਉਹ ਕਿੰਨਾ ਕੁ ਥਾਂ ਹੋਊਗਾ।
ਆ ਜਿਹੜਾ ਸਰੀਰ ਹੈ ਇਹਨੂੰ ਤੇ ਚਲੋ ਫੇਰ ਵੀ ਕੁਝ ਨਾ ਕੁਝ ਥਾਂ ਚਾਹੀਦਾ ਨਾ, ਪਰ ਮਨ ਨੂੰ ਕਿੰਨਾ ਕੁ ਥਾਂ ਕਿਤੇ ਬੈਠਣ ਨੂੰ ਚਾਹੀਦਾ? ਬਹੁਤ ਥੋੜਾ ਥਾਂ ਹੀ ਹੈ ਮਨ ਦਾ ਜਿੱਥੇ ਮਨ ਰਹਿੰਦਾ। ਪਰ ਭਗਤ ਜੀ ਕਹਿੰਦੇ ਨੇ ਥੋੜਾ ਥਲ, ਉਹ ਥੋੜੇ ਜਿਹੇ ਥਾਂ ਦੇ ਵਿੱਚ ਥਾਨਕ ਆਰੰਭ ਹੈ। ਇਹ ਜਿਹੜਾ ਸਾਡਾ ਮਨ ਹੈ, ਥਾਨਕ ਦਾ ਅਰਥ ਵੀ ਉੱਥੇ ਹੀ ਬੈਠਕਾਂ, ਬੰਗਲੇ, ਮਹਿਲ ਬਣਾਉਣੇ ਆਰੰਭ ਹੈ ਦਾ ਅਰਥ ਆਰੰਭ ਕਰ ਦਿੰਦਾ। ਇਹਦਾ ਮਤਲਬ ਇਹ ਹੈ ਸਾਡੇ ਮਨ ਦਾ ਸੁਭਾਵ ਹੈ ਥੋੜੇ ਜਿਹੇ ਥਾਂ ਦੇ ਵਿੱਚ ਰਹਿ ਕੇ ਤੇ ਬੜੀਆਂ ਬੜੀਆਂ ਮੱਲਾਂ ਮਾਰਦਾ, ਬੜੇ ਬੜੇ ਹਵਾਈ ਕਿਲੇ ਉਸਾਰਦਾ ਤੇ ਬਹੁਤ ਖਿਆਲੀ ਪਲਾਓ ਬਣਾਉਂਦਾ ਹੈ। ਬਿਨ ਹੀ ਥੰਮ ਹੈ ਮੰਦਰ ਥੰਮ ਹੈ, ਬਿਨਾਂ ਹੀ ਥੰਮ ਤੋਂ, ਬਿਨਾਂ ਹੀ ਕਿਸੇ ਪਿਲਰਾਂ ਤੋਂ ਇਹ ਮੰਦਰ ਨੂੰ ਥੰਮਣਾ ਚਾਹੁੰਦਾ। ਇਹ ਸਾਡੇ ਮਨ ਦਾ ਸੁਭਾਵ ਹੈ। ਇੱਥੇ ਬੈਠਿਆਂ ਬੈਠਿਆਂ ਐਵੇਂ ਹਵਾਈ ਕਿਲੇ ਬਣਾਈ ਜਾਂਦਾ। ਉਹ ਜਿਵੇਂ ਸ਼ੇਖ ਚਿਲੀ ਦੀ ਆਮ ਕਹਾਣੀ ਪ੍ਰਚਲਿਤ ਹੈ ਵੀ ਉਹ ਕਿਸੇ ਵਪਾਰੀ ਨੇ ਸ਼ੇਖ ਚਿਲੀ ਨੂੰ ਆਖਿਆ ਵੀ ਆਹ ਮੇਰਾ ਘਿਓ ਦਾ ਕੁੱਪਾ ਹੈ, ਇਹਨੂੰ ਚੁੱਕ ਕੇ ਵੀ ਮੇਰੇ ਨਾਲ ਮੰਜ਼ਿਲ ਤੇ ਪਹੁੰਚਾ ਤੇ ਜਿਹੜਾ ਤੂੰ ਮੰਗੇਗਾ ਦਿਹਾੜੀ ਤੈਨੂੰ ਮੈਂ ਦੇ ਦੇਵਾਂਗਾ। ਉਹ ਸ਼ੇਖ ਚਿਲੀ ਕਹਿਣ ਲੱਗਾ ਚਲੋ ਠੀਕ ਹੈ। ਉਸ ਵਪਾਰੀ ਨੇ ਆਖਿਆ ਤੂੰ ਮੇਰਾ ਘਿਓ ਦਾ ਕੁੱਪਾ ਜੇ ਉੱਥੇ ਮੰਜ਼ਿਲ ਤੇ ਛੱਡ ਦੇਵੇਂ ਤੇ ਮੈਂ ਤੈਨੂੰ 4 ਆਨੇ ਦੇ ਦੇਵਾਂਗਾ। ਉਸ ਵੇਲੇ 4 ਆਨੇ ਦੀ ਬੜੀ ਕੀਮਤ ਹੁੰਦੀ ਸੀ ਤੇ ਉਸ ਸ਼ੇਖ ਚਿਲੀ ਨੇ ਸੋਚਿਆ ਵੀ ਜਦੋਂ 4 ਆਨੇ ਮਿਲ ਗਏ ਤੇ ਮੈਂ ਇੱਕ ਮੁਰਗੀ ਦਾ ਆਂਡਾ ਲਵਾਂਗਾ। ਉਸ ਆਂਡੇ ਵਿੱਚੋਂ ਬੱਚਾ ਨਿਕਲੇਗਾ, ਚੂਸਾ ਨਿਕਲੇਗਾ ਤੇ ਅੱਗੇ ਹੋਰ ਗਾਂ ਬੱਚੇ ਪੈਦਾ ਹੋਣਗੇ ਤੇ ਫਿਰ ਮੈਂ ਇੱਕ ਬੱਕਰੀ ਲੈ ਲਵਾਂਗਾ। ਬੱਕਰੀ ਲੈਣ ਤੋਂ ਬਾਅਦ ਤੇ ਫਿਰ ਮੈਂ ਉਸ ਦਾ ਦੁੱਧ ਵੇਚਿਆ ਕਰਾਂਗਾ, ਉਸ ਦੇ ਮੇਮਣੇ ਹੋਣਗੇ ਉਹ ਵੇਚਾਂਗਾ, ਵਪਾਰ ਕਰਾਂਗਾ। ਫਿਰ ਅੱਗੇ ਇੱਕ ਗਾਂ ਲੈ ਲਵਾਂਗਾ ਤੇ ਗਾਂ ਦਾ ਦੁੱਧ ਵੇਚ ਕੇ ਤੇ ਫਿਰ ਮੈਂ ਅੱਗੇ ਮੱਝ ਖਰੀਦ ਲਵਾਂਗਾ। ਫਿਰ ਮੱਝਾਂ ਦਾ ਦੁੱਧ ਪਾ ਕੇ ਉਹ ਮਹਿੰਗਾ ਹੁੰਦਾ ਤੇ ਗਾੜਾ ਹੁੰਦਾ ਤੇ ਫਿਰ ਮੈਂ ਆਪਣਾ ਘਰ ਬਣਾ ਲਵਾਂਗਾ ਤੇ ਫਿਰ ਮੈਂ ਘਰ ਬਣਾ ਕੇ ਹੋਰ ਮੱਝਾਂ ਰੱਖ ਕੇ ਅੱਗੇ ਹੋਰ ਦੁੱਧ ਦਾ ਵਪਾਰ ਕਰਾਂਗਾ, ਡੈਰੀ ਫਾਰਮ ਖੋਲ੍ਹ ਲਵਾਂਗਾ। ਫਿਰ ਮੇਰੇ ਕੋਲੇ ਮਾਇਆ ਦੇ ਅੰਬਾਰ ਲੱਗ ਜਾਣਗੇ ਤੇ ਫਿਰ ਮੈਂ ਵਿਆਹ ਕਰਾਵਾਂਗਾ, ਕਿਸੇ ਚੰਗੇ ਘਰ ਦੇ ਵਿੱਚ ਮੇਰਾ ਵਿਆਹ ਹੋ ਜਾਵੇਗਾ ਤੇ ਫਿਰ ਮੇਰੇ ਘਰ ਵਾਲੀ ਜਦੋਂ ਪ੍ਰਸ਼ਾਦਾ ਤਿਆਰ ਕਰੇਗੀ ਤੇ ਉਹਨੇ ਮੈਨੂੰ ਕਹਿਣਾ ਵੀ ਆ ਜਾਓ ਸਰਦਾਰ ਜੀ ਹੁਣ ਤੁਸੀਂ ਆ ਕੇ ਪ੍ਰਸ਼ਾਦ ਛਕ ਲਓ ਤੇ ਮੈਂ ਉਹਨੂੰ ਆਖਾਂਗਾ ਮੈਨੂੰ ਇੱਥੇ ਲਿਆ ਕੇ ਦੇ ਬੈੱਡ ਤੇ, ਮੈਂ ਤੇ ਬੈਠ ਕੇ ਛਕਾਂਗਾ। ਉਹ ਆਖੇਗੀ ਨਹੀਂ, ਇੱਥੇ ਕਿਚਨ ਵਿੱਚ ਆ ਕੇ ਜਿੱਥੇ ਬਾਕੀ ਪਰਿਵਾਰ ਬੈਠਾ ਉੱਥੇ ਆ ਕੇ ਛਕ। ਤੇ ਜਦੋਂ ਉਹ ਮੈਨੂੰ ਮਜਬੂਰ ਕਰੇਗੀ ਤੇ ਮੈਂ ਉਹਦੇ ਲੱਤ ਮਾਰਾਂਗਾ। ਉਹ ਲੱਤ ਮਾਰਦਿਆਂ ਮਾਰਦਿਆਂ ਕੁੱਪੇ ਦੇ ਵਿੱਚ ਹੀ ਵੱਜ ਗਈ ਤੇ ਉਹਦਾ ਘਿਓ ਦਾ ਕੁੱਪਾ, ਤੇਲ ਦਾ ਕੁੱਪਾ ਚਲੋ ਰੁੜ ਗਿਆ। ਤੇ ਉਸ ਤੋਂ ਬਾਅਦ ਵਪਾਰੀ ਕਹਿਣ ਲੱਗਾ ਭਲਿਆ ਲੋਕਾ ਇਹ ਤੂੰ ਕੀ ਕੀਤਾ? ਤੂੰ ਮੇਰਾ ਘਿਓ ਦਾ ਕੁੱਪਾ ਰੋੜ ਦਿੱਤਾ। ਉਹ ਕਹਿੰਦਾ ਤੇਰਾ ਤੇ ਇਹ ਘਿਓ ਦਾ ਕੁੱਪਾ ਹੈ ਤੇ ਮੇਰਾ ਸਾਰਾ ਪਰਿਵਾਰ ਹੀ ਰੁੜ ਗਿਆ। ਇਹ ਹਾਲਤ ਹੈ ਸਾਡੇ ਮਨ ਦੀ। ਥੋੜਾ ਥਲ ਥਾਨਕ ਆਰੰਭ ਹੈ, ਬਿਨ ਹੀ ਥੰਬ ਹੈ ਮੰਦਰ ਥੰਬ ਹੈ। ਥੋੜੇ ਜਿਹੇ ਥਾਂ ਦੇ ਵਿੱਚ ਹੀ ਰਹਿੰਦਾ ਤੇ ਪਰ ਥਾਨਕ ਆਰੰਭ ਹੈ ਤੇ ਬਹੁਤ ਵੱਡੇ ਵੱਡੇ ਹਵਾਈ ਕਿਲੇ ਉਸਾਰਦਾ ਹੈ, ਬਿਨਾਂ ਹੀ ਥੰਮ ਤੋਂ, ਬਿਨਾਂ ਹੀ ਕਿਸੇ ਪਿੱਲਰ ਤੋਂ, ਬਿਨਾਂ ਕਿਸੇ ਤਕੜੀ ਸਪੋਰਟ ਤੋਂ। ਇਹ ਬੜੇ ਬੜੇ ਮੰਦਰ ਮਹਿਲ ਥੰਮ ਰਿਹਾ ਹੈ, ਮਹਿਲ ਉਸਾਰ ਰਿਹਾ ਹੈ। ਦੱਦਾ ਦੇਖ ਜੋ ਬਿਨ ਸੰਹਾਰਾ, ਜਸ ਅਦੇਕ ਤਸ ਰਾਖ ਵਿਚਾਰਾ। ਹੁਣ ਦੱਦਾ ਅੱਖਰ ਕੀ ਉਪਦੇਸ਼ ਦੇ ਰਿਹਾ ਹੈ? ਭਗਤ ਕਬੀਰ ਜੀ ਫਰਮਾਉਂਦੇ ਨੇ ਦੱਦਾ ਦੇਖ ਜੋ ਬਿਨ ਸੰਹਾਰਾ। ਦੱਦਾ ਇਹ ਕਹਿ ਰਿਹਾ ਹੈ ਕਿ ਇਹ ਦੁਨੀਆ ਦੇ ਲੋਗੋ ਜੋ ਕੁਝ ਦੇਖ ਰਹੇ ਹੋ, ਆ ਸੰਸਾਰ ਦਾ ਜੋ ਨਕਸ਼ਾ ਵੇਖ ਰਹੇ ਹੋ, ਜੋ ਬਿਨ ਸੰਹਾਰਾ, ਇਹ ਸਾਰਾ ਨਾਸ਼ਵੰਤ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਸਤਿਗੁਰੂ ਨੇ ਇੱਥੋਂ ਤੱਕ ਲਿਖਿਆ ਹੈ ਦਿਨ ਰਵ ਚੱਲੈ, ਨਿਸਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਜਦੋਂ ਧਰਤੀ ਨੇ ਵੀ ਨਹੀਂ ਰਹਿਣਾ, ਸੂਰਜ ਚੰਦਰਮਾ ਨੇ ਵੀ ਨਹੀਂ ਰਹਿਣਾ ਤੇ ਫਿਰ ਅਸੀਂ ਕਿੱਥੇ ਰਵਾਂਗੇ? ਇਸੇ ਲਈ ਭਗਤ ਜੀ ਸਾਨੂੰ ਫਰਮਾਉਂਦੇ ਨੇ, ਦੱਦਾ ਇਹ ਸਾਨੂੰ ਸਮਝਾ ਰਿਹਾ ਹੈ ਜੋ ਕੁਝ ਵੇਖ ਰਹੇ ਹੋ ਇਹ ਸਭ ਕੁਝ ਨਾਸ ਹੋਣ ਵਾਲਾ ਹੈ। ਜਸ ਆਦੇਖ, ਜਿਸ ਨੂੰ ਤੁਸੀਂ ਆਦੇਖ ਦਾ ਅਰਥ ਹੈ ਅਦ੍ਰਿਸ਼ ਸਮਝਦੇ ਹੋ। ਰੱਬ ਦਿਸਦਾ ਨਹੀਂ ਨਾ, ਉਹ ਅਦ੍ਰਿਸ਼ਟ ਹੈ।
ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਅਦ੍ਰਿਸ਼ ਸਮਝਦੇ ਹੋ ਤਸ ਰਾਖ ਵਿਚਾਰਾ। ਭਗਤ ਜੀ ਕਹਿੰਦੇ ਨੇ ਉਹਦੀ ਵਿਚਾਰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰੱਖੋ। ਇਹ ਜਿਹੜਾ ਸੰਸਾਰ ਹੈ ਇਹ ਤੇ ਨਾਸ਼ਵੰਤ ਹੈ, ਦ੍ਰਿਸ਼ਟਮਾਨ ਹੈ ਸਗਲ ਮਥੀਨਾ। ਇਹ ਜਗ ਤੂੰ ਕਾ ਪਹਾਰ, ਤੈ ਸਾਚਾ ਮੰਨਿਆ ਕਿਹ ਵਿਚਾਰ। ਪਰ ਜਿਸ ਵਾਹਿਗੁਰੂ ਨੂੰ ਤੁਸੀਂ ਅਦ੍ਰਿਸ਼ ਸਮਝਦੇ ਹੋ ਉਹਦੀ ਵਿਚਾਰ ਨੂੰ ਹਮੇਸ਼ਾ ਲਈ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰੱਖੋ। ਦਸਵੇਂ ਦਵਾਰ ਕੁੰਚੀ ਜਬ ਦੀਜੈ, ਤੋ ਦਿਆਲ ਕੋ ਦਰਸ਼ਨ ਕੀਜੈ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਜਦੋਂ ਸਤਿਗੁਰੂ ਦਿਆਲੂ ਹੁੰਦੇ ਨੇ, ਦਸਵੇਂ ਦਵਾਰ ਕੁੰਚੀ ਜਬ ਦੀਜੈ, ਜਦੋਂ ਦਸਵੇਂ ਦਵਾਰ ਦੀ ਕੁੰਜੀ ਬਖਸ਼ਿਸ਼ ਕਰ ਦਿੰਦੇ ਨੇ। ਦਸਵੇਂ ਦਵਾਰ ਦੀ, ਦਸਵਾਂ ਦਵਾਰ ਇੱਕ ਤਾਂ ਯੋਗੀਆਂ ਦਾ ਦਸਵਾਂ ਦਵਾਰ ਹੈ, ਪਰ ਜਿਹੜਾ ਗੁਰਮਤਿ ਦਾ ਦਸਵਾਂ ਦਵਾਰ ਹੈ ਉਹ ਸਹਿਜ ਅਵਸਥਾ ਹੈ, ਤੁਰਿਆ ਪਦ ਹੈ, ਚਿਦਾਕਾਸ਼ ਹੈ। ਦਸਵੇਂ ਦਵਾਰ ਕੁੰਚੀ ਜਬ ਦੀਜੈ, ਜਦੋਂ ਸਤਿਗੁਰੂ ਦਸਵੇਂ ਦਵਾਰ ਦੀ ਕੁੰਜੀ ਬਖਸ਼ਿਸ਼ ਕਰ ਦਿੰਦੇ ਨੇ। ਉਹ ਕੁੰਜੀ ਕਿਹੜੀ ਹੈ? ਉਹ ਹੈ ਸਵਾਸ ਗ੍ਰਾਸ ਸਿਮਰਨ। ਉਹ ਕੁੰਜੀ ਹੈ ਸੁਰਤ ਸ਼ਬਦ ਦਾ ਸੁਮੇਲ। ਜਦੋਂ ਸਤਿਗੁਰੂ ਦਸਵੇਂ ਦਵਾਰ ਦੀ ਕੁੰਜੀ ਬਖਸ਼ਿਸ਼ ਕਰ ਦਿੰਦੇ ਨੇ ਤਾਂ ਉਹ ਦਇਆਲ ਕੋ ਦਰਸ਼ਨ ਕੀਜੈ। ਫਿਰ ਉਸ ਦਇਆ ਦੇ ਘਰ ਪ੍ਰਮਾਤਮਾ ਦਾ ਇਹ ਮਨੁੱਖ ਦਰਸ਼ਨ ਕਰ ਲੈਂਦਾ ਹੈ। ਤਦਾ ਅਰਧੈ ਉਰਦਨ ਬੇਰਾ, ਅਰਧੈ ਉਰਧੈ ਮੰਜ ਬਸੇਰਾ। ਲੋ ਹੁਣ ਅੱਗੇ ਤੱਦਾ ਅੱਖਰ ਕੀ ਉਪਦੇਸ਼ ਦੇ ਰਿਹਾ ਹੈ? ਭਗਤ ਜੀ ਫਰਮਾਉਂਦੇ ਨੇ ਇਹ 52 ਅੱਖਰੀ ਦਾ ਉਪਦੇਸ਼ ਹੈ, ਜੋ ਸੰਸਕ੍ਰਿਤ ਦੀ 52 ਅੱਖਰੀ 52 ਅੱਖਰੀ ਵਰਣਮਾਲਾ ਹੈ। ਇੱਕ ਇੱਕ ਅੱਖਰ ਦੁਆਰਾ ਉਹ ਤੋਂ ਉਪਦੇਸ਼ ਦਿੱਤਾ ਜਾ ਰਿਹਾ ਹੈ। ਤੱਦਾ ਅਰਧੈ ਉਰਦਨ ਬੇਰਾ, ਤੱਦਾ ਅੱਖਰ ਇਹ ਉਪਦੇਸ਼ ਦੇ ਰਿਹਾ ਹੈ। ਅਰਧੈ ਦਾ ਅਰਥ ਜਿਹੜਾ ਨੀਵਾਂ ਜੀਵ ਹੈ, ਉਰਧ ਦਾ ਅਰਥ ਉੱਚਾ ਈਸ਼ਵਰ ਹੈ। ਤੱਦਾ ਅਰਧੈ ਉਰਦਨ ਬੇਰਾ, ਵੀ ਇਹ ਜਿਹੜੇ ਜੀਵ ਈਸ਼ ਦਾ ਝਗੜਾ ਹੈ ਜਾਂ ਜੀਵ ਈਸ਼ ਦਾ ਜਿਹੜਾ ਭੇਦ ਹੈ ਨਬੇਰਾ, ਇਹਦਾ ਨਬੇੜਾ ਹੋ ਜਾਂਦਾ ਹੈ। ਤੱਦਾ ਇਹ ਉਪਦੇਸ਼ ਦੇ ਰਿਹਾ ਹੈ ਵੀ ਇਹ ਜਿਹੜਾ ਨੀਵਾਂ ਜੀਵ ਹੈ ਤੇ ਉੱਚਾ ਈਸ਼ਵਰ ਹੈ, ਇਹਨਾਂ ਦੋਹਾਂ ਦਾ ਨਬੇੜਾ ਹੋ ਜਾਂਦਾ ਹੈ। ਉਹ ਕਿਵੇਂ? ਅਰਧੈ ਉਰਧੈ ਮੰਜ ਬਸੇਰਾ। ਜਦੋਂ ਅਰਧੈ ਦਾ ਅਰਥ ਜੀਵ, ਉਰਧੈ ਦਾ ਅਰਥ ਈਸ਼ਵਰ, ਉਹਦੇ ਵਿੱਚ ਜਾ ਕੇ ਵਸ ਜਾਂਦਾ ਹੈ। ਭਾਵ ਜਦੋਂ ਜੀਵ ਈਸ਼ ਦੀ ਏਕਤਾ ਹੋ ਜਾਂਦੀ ਹੈ, ਆਤਮਾ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਫਿਰ ਇਹ ਮੈਂ ਤੇ ਤੂੰ ਦਾ, ਜੀਵ ਤੇ ਈਸ਼ਵਰ ਦਾ, ਮੇਰ ਤੇ ਤੇਰ ਦਾ ਸਾਰਾ ਝਗੜਾ ਨਿਬੜ ਜਾਂਦਾ ਹੈ। ਅਰਧੈ ਛਾੜ ਉਰਧ ਜੋ ਆਵਾ, ਤੋ ਅਰਧੈ ਉਰਧ ਮਿਲਿਆ ਸੁਖ ਪਾਵਾ। ਲੋ ਭਗਤ ਜੀ ਕਹਿੰਦੇ ਨੇ ਅਰਧੈ ਛਾੜ, ਜਦੋਂ ਇਹ ਜਿਹੜਾ ਨੀਵਾਂ ਜੀਵ ਹੈ ਆਪਣੇ ਜੀਵ ਭਾਵ ਨੂੰ ਛੱਡ ਕੇ ਉਰਧ ਜੋ ਆਵਾ, ਤੇ ਜਦੋਂ ਉੱਚੇ ਭਾਵ ਦੇ ਵਿੱਚ ਬ੍ਰਹਮ ਭਾਵ ਦੇ ਵਿੱਚ ਆ ਗਿਆ ਤਾਂ ਅਰਧੈ ਉਰਧ ਮਿਲਿਆ। ਇਹ ਜਿਹੜਾ ਅਰਧੈ ਦਾ ਅਰਥ ਨੀਵਾਂ ਜੀਵ ਸੀ, ਉਰਧ ਪਰਮਾਤਮਾ ਨੂੰ ਆ ਕੇ ਮਿਲਿਆ। ਭਾਵ ਜਦੋਂ ਜੀਵ ਆਪਣੇ ਜੀਵ ਭਾਵ ਨੂੰ ਮੈਂ ਮੇਰੀ ਨੂੰ ਛੱਡ ਦਿੰਦਾ ਹੈ ਤੇ ਫਿਰ ਇਹ ਉੱਚੇ ਪਰਮਾਤਮਾ ਦੇ ਨਾਲ ਆ ਕੇ ਮਿਲ ਜਾਂਦਾ ਹੈ। ਤੇ ਜਦੋਂ ਉਹਨੂੰ ਮਿਲਿਆ ਤੇ ਸੁਖ ਪਾਵਾ, ਫਿਰ ਇਹਨੇ ਮਹਾਨ ਸੁਖਾਂ ਨੂੰ ਪ੍ਰਾਪਤ ਕਰ ਲਿਆ। ਨੰਨਾ ਨਿਜ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ। ਲਓ ਨੰਨਾ ਅੱਖਰ ਕੀ ਸਾਨੂੰ ਉਪਦੇਸ਼ ਦੇ ਰਿਹਾ ਹੈ? ਭਗਤ ਜੀ ਕਹਿੰਦੇ ਨੇ ਨੰਨਾ ਇਹ ਕਹਿੰਦਾ ਹੈ ਬਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਸ ਵਾਹਿਗੁਰੂ ਦੇ ਦਰ ਦੇ ਮੁਤਲਾਸ਼ੀ ਨੇ, ਉਹ ਦਿਨ ਰਾਤ ਵਾਹਿਗੁਰੂ ਦੇ ਰਾਹ ਨੂੰ ਵੇਖਦੇ ਰਹਿੰਦੇ ਨੇ। ਉਹਨਾਂ ਦਾ ਦਿਨ ਰਾਤ ਵੀ ਰਾਹ ਤੱਕਦਿਆਂ ਹੀ ਲੰਘ ਜਾਂਦਾ ਹੈ। ਨਿਰਖਤ ਨੈਣ ਰਹੇ ਰਤਵਾਈ, ਵੇਖਦਿਆਂ ਵੇਖਦਿਆਂ ਜਿਹੜੇ ਉਹਨਾਂ ਦੇ ਨੇਤਰ ਨੇ, ਰਤਵਾਈ ਦਾ ਅਰਥ ਵੀ ਉਹ ਲਾਲੀ ਦੇ ਸਹਿਤ ਹੋ ਜਾਂਦੇ ਨੇ, ਉਹਨਾਂ ਦੇ ਨੇਤਰ ਵੀ ਲਾਲ ਹੋ ਜਾਂਦੇ ਨੇ। ਜਦੋਂ ਆਦਮੀ ਹਮੇਸ਼ਾ ਰਾਹ ਵੇਖਦਾ ਰਹਿੰਦਾ, ਅੱਖਾਂ ਝਾਕਦੀਆਂ ਰਹਿੰਦੀਆਂ ਨੇ ਤੇ ਅੱਖਾਂ ਦੇ ਵਿੱਚ ਕੁਦਰਤੀ ਲਾਲੀ ਆ ਜਾਂਦੀ ਹੈ। ਇੱਕ ਪਾਸੇ ਤੁਸੀਂ ਦੇਖੀ ਜਾਓ ਤੇ ਅੱਖਾਂ ਵਿੱਚ ਲਾਲੀ ਆ ਜਾਂਦੀ ਹੈ। ਦੂਸਰਾ ਇਹਦਾ ਇਹ ਵੀ ਆ ਵੀ ਉਨੀਂਦਰੇ ਰਹਿਣ ਦੇ ਨਾਲ ਲਗਾਤਾਰ ਟਿਕੀ ਲਾ ਕੇ ਵੇਖਦੇ ਆ ਤੇ ਅੱਖਾਂ ਦੇ ਵਿੱਚ ਲਾਲੀ ਉਤਰ ਆਉਂਦੀ ਹੈ। ਲੋ ਭਗਤ ਜੀ ਕਹਿੰਦੇ ਨੇ ਵੀ ਜਿਹੜੇ ਵਾਹਿਗੁਰੂ ਦੇ ਮੁਤਲਾਸ਼ੀ ਨੇ, ਉਹਨਾਂ ਦਾ ਦਿਨ ਰਾਤ ਵਾਹਿਗੁਰੂ ਨੂੰ ਤੱਕਦਿਆਂ ਲੰਘ ਜਾਂਦਾ ਹੈ ਤੇ ਵੇਖਦਿਆਂ ਉਹਨਾਂ ਦੇ ਨੇਤਰ ਵੀ ਲਾਲੀ ਦੇ ਸਹਿਤ ਹੋ ਜਾਂਦੇ ਹਨ।
ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖੈ ਨਿਰਖ ਮਿਲਾਵਾ। ਲੋ ਭਗਤ ਜੀ ਕਹਿੰਦੇ ਨੇ ਜਦੋਂ ਤੱਕਦਿਆਂ ਤੱਕਦਿਆਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਗਏ। ਜਬ ਜਾਏ ਪਾਵਾ, ਜਦੋਂ ਜਾ ਕੇ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ, ਭਾਵ ਜੀ ਦਾ ਰਾਹ ਵੇਖਦੇ ਸੀ ਤੇ ਅਖੀਰ ਹੌਲੀ ਹੌਲੀ ਉਸ ਵਾਹਿਗੁਰੂ ਤੱਕ ਪਹੁੰਚ ਗਏ। ਤਬਲੇ ਨਿਰਖੈ ਨਿਰਖ ਮਿਲਾਵਾ, ਉਸ ਵੇਲੇ ਨਿਰਖੈ ਦਾ ਅਰਥ ਜਿਹੜਾ ਵੇਖਣ ਵਾਲਾ ਸੀ, ਭਾਵ ਵਾਹਿਗੁਰੂ ਦਾ ਪਿਆਰਾ ਸੀ, ਭਗਤ ਸੀ, ਮਹਾਂਪੁਰਖ ਸੀ, ਤੇ ਨਿਰਖ ਜਿਸ ਨੂੰ ਵੇਖਣਾ ਚਾਹੁੰਦਾ ਸੀ, ਭਾਵ ਪਰਮਾਤਮਾ, ਉਸਨੇ ਉਹਨੂੰ ਆਪਣੇ ਨਾਲ ਹੀ ਮਿਲਾ ਲਿਆ। ਇਹਦਾ ਮਤਲਬ ਇਹ ਹੈ ਜਿਹੜੇ ਵਾਹਿਗੁਰੂ ਦੇ ਦਰ ਦੇ ਮੁਤਲਾਸ਼ੀ ਹੁੰਦੇ ਨੇ, ਜਿਨ੍ਹਾਂ ਦੀਆਂ ਅੱਖਾਂ ਦਿਨ ਰਾਤ ਉਹਦੇ ਰਾਹ ਨੂੰ ਤੱਕਦੀਆਂ ਨੇ, ਇੱਕ ਨਾ ਇੱਕ ਦਿਨ ਉਹਨਾਂ ਨੂੰ ਪਰਮਾਤਮਾ ਦੇ ਦੀਦਾਰ ਹੋ ਜਾਂਦੇ ਨੇ। ਤੇ ਜਦੋਂ ਦੀਦਾਰ ਹੁੰਦੇ ਨੇ ਤੇ ਫਿਰ ਉਹ ਦੇਖਣ ਵਾਲੇ ਨੂੰ ਦੇਖਣ ਯੋਗ ਜੋ ਪਰਮਾਤਮਾ ਹੈ ਆਪਣੇ ਨਾਲ ਹੀ ਮਿਲਾ ਲੈਂਦਾ ਹੈ, ਆਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ, ਆਪਣੀ ਅਪੇਤਾ ਵਿੱਚ ਉਸ ਨੂੰ ਲੀਨ ਕਰ ਲੈਂਦਾ ਹੈ। ਪੱਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਉ ਪਰਚੋ ਲਾਵਾ। ਲੋ ਹੁਣ ਪੱਪੇ ਅੱਖਰ ਦੁਆਰਾ ਅੱਗੇ ਉਪਦੇਸ਼ ਭਗਤ ਜੀ ਦੇ ਰਹੇ ਨੇ। ਪੱਪਾ ਅਪਾਰ, ਇਹ ਪਾਠ ਅਪਾਰ ਕਰਨਾ ਹੈ। ਪੱਪਾ ਅਪਾਰ, ਪਾਰ ਨਹੀਂ ਪਾਵਾ। ਪੱਪਾ ਅੱਖਰ ਇਹ ਕਹਿ ਰਿਹਾ ਹੈ ਉਹ ਪਰਮਾਤਮਾ ਅਪਾਰ, ਪਾਰਾਵਾਰ ਤੋਂ ਰਹਿਤ ਹੈ। ਪਾਰ ਨਹੀਂ ਪਾਵਾ, ਉਸ ਵਾਹਿਗੁਰੂ ਪਰਮੇਸ਼ਰ ਦਾ ਪਾਰ ਦਾ ਅਰਥ ਹੈ ਓੜਕ, ਉਹਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ। ਪਰਮ ਜੋਤ ਸਿਉ ਪਰਚੋ ਲਾਵਾ। ਲੋ ਭਗਤ ਜੀ ਕਹਿੰਦੇ ਨੇ ਵੀ ਅਸਾਂ ਉਸ ਪਰਮ ਜੋਤ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਉਸ ਵਾਹਿਗੁਰੂ ਦੀ ਜੋਤ ਦੇ ਆਸਰੇ ਸੂਰਜ ਤੇ ਚੰਦਰਮਾ ਵੀ ਪ੍ਰਕਾਸ਼ ਕਰ ਰਹੇ ਨੇ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਪਰਮ ਜੋਤ ਹੈ। ਉਸੇ ਨੂੰ ਕਲਗੀਧਰ ਪਾਤਸ਼ਾਹ ਨੇ ਜਾਗਤ ਜੋਤ ਵੀ ਲਿਖਿਆ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਇੱਥੇ ਭਗਤ ਜੀ ਪਰਮ ਜੋਤ ਪਰਮਾਤਮਾ ਦਾ ਨਾਮ ਉਚਾਰਨ ਕਰ ਰਹੇ ਨੇ, ਕਿਉਂਕਿ ਉਹ ਪਰਮ ਜੋਤ ਹੈ, ਪਰਮ ਪ੍ਰਕਾਸ਼ ਹੈ। ਪਰਮ ਜੋਤ ਸਿਉ ਪਰਚੋ ਲਾਵਾ। ਲੋ ਭਗਤ ਜੀ ਕਹਿੰਦੇ ਨੇ ਉਹ ਪਰਮਾਤਮਾ ਹੈ ਤੇ ਅਪਾਰ, ਪਾਰਾਵਾਰ ਤੋਂ ਰਹਿਤ, ਉਹਦਾ ਅੰਤ ਪਾਰਾਵਾਰ ਕੋਈ ਨਹੀਂ ਪਾ ਸਕਦਾ। ਪਰਮ ਜੋਤ ਸਿਉ ਪਰਚੋ ਲਾਵਾ। ਪਰ ਅਸੀਂ ਤੇ ਉਸ ਪਰਮ ਜੋਤ ਪਰਮਾਤਮਾ ਦੇ ਨਾਲ ਹੀ, ਉਸ ਪਰਮ ਪ੍ਰਕਾਸ਼ ਦੇ ਨਾਲ ਹੀ ਆਪਣੇ ਮਨ ਦਾ ਪਰਚਾ ਲਾ ਲਿਆ ਹੈ। ਪਾਂਚੋ ਇੰਦਰੀ ਨਿਗ੍ਰਹਿ ਕਰਈ ਪਾਪ ਪੁੰਨ ਦੋ ਨਿਰਵਰਈ। ਲੋ ਭਗਤ ਜੀ ਕਹਿੰਦੇ ਨੇ ਵੀ ਜਿਸ ਦਾ ਵਾਹਿਗੁਰੂ ਦੇ ਨਾਲ ਪ੍ਰੇਮ ਦਾ ਪਰਚਾ ਲੱਗ ਜਾਂਦਾ ਹੈ, ਪਾਂਚੋ ਇੰਦਰੀ, ਉਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਜਿਵੇਂ ਅੱਖਾਂ ਨੇ, ਕੰਨ ਹਨ, ਨਾਸਿਕਾ ਹੈ ਤੇ ਇਹ ਸਾਡੀ ਰਸਨਾ ਹੈ, ਇਹ ਗਿਆਨ ਇੰਦਰੀਆਂ ਨੇ। ਭਗਤ ਜੀ ਕਹਿੰਦੇ ਨੇ ਜਿਹੜੇ ਪੰਜੇ ਗਿਆਨ ਇੰਦਰੀਆਂ ਨੂੰ ਨਿਗ੍ਰਹਿ ਕਰੀ, ਉਹ ਦਮਨ ਕਰ ਲੈਂਦਾ। ਨਿਗ੍ਰਹਿ ਦਾ ਅਰਥ ਹੁੰਦਾ ਰੋਕਣਾ, ਤੇ ਉਸ ਨੂੰ ਪੁਰਾਤਨ ਸਾਧੂ ਕਹਿੰਦੇ ਨੇ ਇੰਦਰੀਆਂ ਦਾ ਦਮਨ ਕਰਨਾ। ਭਗਤ ਜੀ ਕਹਿੰਦੇ ਨੇ ਉਹ ਜਿਹੜਾ ਜਿਸ ਨੇ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਦਾ ਪਰਚਾ ਲਾ ਲਿਆ ਹੈ ਨਾ, ਪਾਂਚੋਂ ਇੰਦਰੀ ਨਿਗ੍ਰਹਿ ਕਰੀ, ਉਹ ਪੰਜੇ ਗਿਆਨ ਇੰਦਰੀਆਂ ਨੂੰ ਵੀ ਆਪਣੇ ਵਸ ਵਿੱਚ ਕਰ ਲੈਂਦਾ ਹੈ, ਇਹਨਾਂ ਇੰਦਰੀਆਂ ਤੇ ਕੰਟਰੋਲ ਕਰ ਲੈਂਦਾ ਹੈ। ਪਾਪ ਪੁੰਨ ਦੋ ਨਿਰਵਰਈ, ਤੇ ਜਿਹੜੇ ਦੋਨੋਂ ਹੀ ਪਾਪ ਪੁੰਨ ਨੇ, ਔਰ ਉਹ ਉਹਨਾਂ ਦੋਹਾਂ ਨੂੰ ਹੀ ਨਿਰਵਰਈ ਦਾ ਅਰਥ ਛੱਡ ਦਿੰਦਾ, ਤਿਆਗ ਦਿੰਦਾ। ਇਹਦਾ ਮਤਲਬ ਇਹ ਹੈ ਨਾ ਉਹਨੂੰ ਪੁੰਨ ਕਰਨ ਦੀ ਇੱਛਾ ਰਹਿੰਦੀ ਹੈ ਤੇ ਨਾ ਹੀ ਉਸ ਨੂੰ ਕੋਈ ਪਾਪ ਕਰਨ ਦਾ ਖਿਆਲ ਕਦੀ ਮਨ ਦੇ ਵਿੱਚ ਆਉਂਦਾ। ਉਹ ਪਾਪਾਂ ਪੁੰਨਾਂ ਦਾ ਚੰਗਾ ਮਾੜਾ ਖਿਆਲ ਉਹੀ ਛੱਡ ਦਿੰਦਾ। ਉਹਦੀ ਅਵਸਥਾ ਹੁੰਦੀ ਸਹਿਜ ਦੀ, ਸਹਜੇ ਹੋਤਾ ਜਾਇ ਸੋ ਹੋਏ। ਕਿਉਂਕਿ ਜਿਹੜਾ ਬੰਦਾ ਆਪਣੇ ਆਪ ਨੂੰ ਜ਼ਿਆਦਾ ਧਰਮੀ ਸਮਝਦਾ, ਉਹ ਕਹਿੰਦਾ ਮੈਂ ਪੁੰਨ ਕਰਨੇ ਨੇ, ਤੇ ਜਿਹੜਾ ਆਦਮੀ ਬਹੁਤਾ ਆਪਣੇ ਆਪ ਨੂੰ ਕਮੀਨਾ ਤੇ ਘਟੀਆ ਸਮਝਦਾ, ਉਹ ਕਹਿੰਦਾ ਮੈਂ ਤੇ ਪਾਪ ਹੀ ਕਰਨਾ, ਮੈਨੂੰ ਕੋਈ ਨਹੀਂ ਰੋਕ ਸਕਦਾ, ਨਾ ਮੈਂ ਕਿਸੇ ਦੇ ਰੋਕਿਆ ਰੁਕਣਾ ਹੀ ਹੈ। ਇਸ ਲਈ ਜਿਹੜੇ ਪਾਪਾਂ ਦਾ ਫਲ ਹੈ ਨਰਕ ਤੇ ਪੁੰਨਾਂ ਦਾ ਫਲ ਹੈ ਸਵਰਗ, ਪਰ ਗੁਰਮੁਖ ਨੂੰ ਦੋਨਾਂ ਦੀ ਜ਼ਰੂਰਤ ਨਹੀਂ ਹੁੰਦੀ। ਇਸੇ ਲਈ ਪਾਪ ਪੁੰਨ ਦੋ ਨਿਰਵਰਈ। ਜਿਹੜਾ ਅਸਲੀ ਗੁਰਮੁਖ ਵਿਅਕਤੀ ਹੁੰਦਾ ਹੈ, ਜਿਹਦਾ ਪਰਚਾ ਪ੍ਰਭੂ ਦੇ ਨਾਲ ਲੱਗ ਜਾਂਦਾ ਹੈ, ਉਹ ਜਿੱਥੇ ਪੰਜੇ ਗਿਆਨ ਇੰਦਰੀਆਂ ਨੂੰ ਕੰਟਰੋਲ ਕਰ ਲੈਂਦਾ ਹੈ, ਉੱਥੇ ਉਸ ਦੇ ਨਾਲ ਨਾਲ ਪੁੰਨ ਤੇ ਪਾਪ ਇਹਨਾਂ ਦੋਨਾਂ ਨੂੰ ਨਿਵਰਤ ਕਰ ਦਿੰਦਾ ਹੈ। ਨਾ ਉਹਦੇ ਮਨ ਦੇ ਵਿੱਚ ਕੋਈ ਪੁੰਨ ਕਰਮ ਕਰਨ ਦੀ ਵੀ, ਤੀਰਥ ਵਰਤ ਇਸ਼ਨਾਨ ਦੀ ਇੱਛਾ ਰਹਿੰਦੀ ਹੈ, ਤੇ ਪਾਪਾਂ ਦਾ ਫੁਰਨਾ ਉਹਦੇ ਮਨ ਦੇ ਵਿੱਚ ਉੱਠਦਾ ਹੀ ਨਹੀਂ।
ਉਹ ਤੇ ਸਹਜੇ ਹੋਤਾ ਜਾਏ ਸੋ ਹੋਏ ਵਾਲੀ ਅਵਸਥਾ ਵਿੱਚ ਵਿਚਰਦਾ ਹੈ। ਫਫਾ ਬਿਨ ਫੂਲੋ ਫਲ ਹੋਈ, ਫੁੱਲ ਹੈ ਫਫਾ ਬਿਨ ਫੂਲੈ ਫਲ ਹੋਈ, ਤਾਂ ਫਲ ਫੰਕ ਲਖੈ ਜੋ ਕੋਈ। ਲੋ ਭਗਤ ਕਬੀਰ ਜੀ ਹੁਣ ਫੱਫੇ ਅੱਖਰ ਦੁਆਰਾ ਅੱਗੇ ਉਪਦੇਸ਼ ਦਿੰਦੇ ਹਨ। ਫੱਫਾ ਕੀ ਕਹਿੰਦਾ ਹੈ? ਭਗਤ ਜੀ ਕਹਿੰਦੇ ਨੇ ਫੱਫਾ ਇਹ ਕਹਿੰਦਾ ਹੈ ਬਿਨ ਫੁੱਲੈ ਫਲ ਹੋਈ, ਵੀ ਇੱਕ ਐਸਾ ਬਿਰਸ਼ ਹੈ ਜਿਸ ਨੂੰ ਬਿਨਾਂ ਹੀ ਫੁੱਲਾਂ ਤੋਂ ਫਲ ਹੋਈ ਫਲ ਲੱਗ ਜਾਂਦਾ ਹੈ। ਉਹ ਐਸਾ ਕਿਹੜਾ ਬਿਰਸ਼ ਹੈ? ਉਹ ਹੈ ਗਿਆਨ ਰੂਪੀ ਬਿਰਸ਼, ਜਿਸ ਨੂੰ ਬਿਨਾਂ ਫੁੱਲਾਂ ਤੋਂ ਅੱਗੇ ਫਲ ਲੱਗ ਜਾਂਦਾ ਹੈ। ਤਾਂ ਫਲ ਫੰਕ ਲਖੈ ਜੋ ਕੋਈ, ਉਸ ਫਲ ਦੀ ਫੰਕ ਦਾ ਅਰਥ ਹੈ ਇੱਕ ਫਾੜੀ। ਜਿਵੇਂ ਕੋਈ ਸੇਬ ਹੁੰਦਾ ਹੈ, ਸੰਤਰਾ ਹੁੰਦਾ ਹੈ, ਕੋਈ ਖਰਬੂਜ਼ਾ ਹੁੰਦਾ ਹੈ, ਉਹਦੀਆਂ ਫਾੜੀਆਂ ਕੱਟ ਕੇ ਆਪਾਂ ਖਾਂਦੇ ਹਾਂ। ਲੋ ਭਗਤ ਜੀ ਕਹਿੰਦੇ ਨੇ ਵੀ ਫੱਫਾ ਇਹ ਕਹਿੰਦਾ ਹੈ ਇੱਕ ਐਸਾ ਬਿਰਸ਼ ਹੈ ਜਿਸ ਨੂੰ ਬਿਨਾਂ ਫੁੱਲਾਂ ਤੋਂ ਹੀ ਫਲ ਲੱਗਦਾ ਹੈ। ਤੇ ਜੇ ਕੋਈ ਉਸ ਫਲ ਦੀ ਇੱਕ ਫਾੜੀ ਨੂੰ ਵੀ ਲਖੈ ਦਾ ਅਰਥ ਵੀ ਉਹ ਸਮਝ ਲਵੇ, ਇੱਕ ਫਲ ਦੀ ਫਾੜੀ ਨੂੰ ਵੀ ਖਾ ਲਵੇ, ਤੇ ਫਿਰ ਉਹਨੂੰ ਉਸ ਦਾ ਬਹੁਤ ਭਾਰੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਦੂਣ ਨਾ ਪਰਈ ਫੰਕ ਵਿਚਾਰੈ, ਤਾਂ ਫਲ ਫੰਕ ਸਭੈ ਤਨ ਫਾਰੈ। ਲੋ ਭਗਤ ਜੀ ਦਾ ਇਹ ਉਪਦੇਸ਼ ਬਹੁਤ ਡੂੰਘਾ ਤੇ ਗਹਿਰ ਗੰਭੀਰ ਹੈ, ਕਿਉਂਕਿ ਉਹ ਵੀ ਮੂਰੇ ਸੰਸਕ੍ਰਿਤ ਦਾ ਵਿਦਵਾਨ ਪੰਡਤ ਸੀ ਜਿਹਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ। ਭਗਤ ਜੀ ਕਹਿੰਦੇ ਨੇ ਵੀ ਇੱਕ ਐਸਾ ਬਿਰਸ਼ ਹੈ ਜਿਸ ਨੂੰ ਬਿਨਾਂ ਹੀ ਫੁੱਲਾਂ ਤੋਂ ਫਲ ਲੱਗਦਾ ਹੈ, ਤੇ ਜਿਹੜਾ ਉਸ ਫਲ ਦੀ ਇੱਕ ਫਾੜੀ ਨੂੰ ਵੀ ਜਾਣ ਲਵੇ, ਉਹਦੀ ਕਦਰੋ ਕੀਮਤ ਨੂੰ, ਉਹਦੇ ਭੇਤ ਨੂੰ ਜਾਣ ਲਵੇ, ਤੇ ਉਹਨੂੰ ਆਹ ਫਲ ਪ੍ਰਾਪਤ ਹੁੰਦਾ ਹੈ। ਦੂਣ ਨਾ ਪਰੇ, ਉਹ 84 ਦੀ ਦੂਣ ਦੇ ਵਿੱਚ ਨਹੀਂ ਪੈਂਦਾ। ਦੂਣ ਕਹਿੰਦੇ ਨੇ ਵੀ ਦੋ ਪਹਾੜਾਂ ਦੇ ਵਿੱਚ ਦੀ ਜਿਹੜਾ ਰਸਤਾ ਜਾਵੇ, ਜਿਸ ਨੂੰ ਬੇਖੰਭ ਘਾਟੀ ਕਿਹਾ ਜਾਂਦਾ ਹੈ, ਉਹਨੂੰ ਦੂਣ ਕਹਿੰਦੇ ਨੇ। ਜਿਵੇਂ ਡੇਰਾ ਦੂਣ ਉਹ ਸ਼ਹਿਰ ਦਾ ਨਾਮ ਹੈ, ਵੀ ਉਹ ਦੋ ਪਹਾੜਾਂ ਦੇ ਸੰਨ ਦੇ ਵਿੱਚ ਉਹ ਪੱਧਰੀ ਧਰਤੀ ਨੂੰ ਦੂਣ ਕਹਿੰਦੇ ਨੇ। ਦੂਣ ਨਾ ਪਰੇ, ਇੱਥੇ ਇਹਦਾ ਮਤਲਬ ਉਹ 84 ਦੀ ਦੂਣ ਦੇ ਵਿੱਚ ਨਹੀਂ ਪੈਂਦਾ। ਫੰਕ ਵਿਚਾਰੈ, ਜਿਹੜਾ ਉਸ ਫਲ ਦੀ ਇੱਕ ਫਾੜੀ ਨੂੰ ਵੀ ਵਿਚਾਰ ਲੈਂਦਾ ਹੈ। ਇਹਦਾ ਮਤਲਬ ਇਹ ਹੈ ਉਹ ਗਿਆਨ ਰੂਪੀ ਬਿਰਸ਼ ਦੀਆਂ ਜਿਹੜੀਆਂ ਅਵਸਥਾਵਾਂ ਨੇ, ਭੂਮਿਕਾਵਾਂ ਨੇ, ਕਿਉਂਕਿ ਗਿਆਨ ਦੀਆਂ 4 ਅਵਸਥਾ ਮੰਨੀਆਂ ਨੇ। 4 ਸਾਧਨ ਰੂਪ ਅਵਸਥਾ ਨੇ ਤੇ 4 ਗਿਆਨ ਦੀਆਂ ਅਵਸਥਾ ਮਹਾਂਪੁਰਖਾਂ ਨੇ ਮੰਨੀਆਂ। ਜਿਹੜੀਆਂ 4 ਸਾਧਨ ਰੂਪ ਅਵਸਥਾ ਨੇ ਉਹ ਤੇ ਹਨ ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ। ਇਹ ਸਾਧਨ ਰੂਪ ਅਵਸਥਾ ਨੇ। ਤੇ ਅੱਗੇ ਫਿਰ ਗਿਆਨ ਦੀ ਅਵਸਥਾ ਹੁੰਦੀ ਸਤਵਾਪਾਦ। ਇਹ ਪਹਿਲੀ ਅਵਸਥਾ ਹੈ ਸੱਚ ਦੀ ਪ੍ਰਾਪਤੀ। ਤੇ ਇਸ ਤੋਂ ਅੱਗੇ ਹੋਰ ਅਵਸਥਾ, ਅੱਗੇ ਤੋਂ ਅੱਗੇ ਗਿਆਨ ਦੀਆਂ ਉੱਚੀਆਂ ਉੱਠਦੀਆਂ ਜਾਂਦੀਆਂ ਨੇ। ਸਤਵਾਪਾਦ, ਅਸੰਗ ਸਖਤ, ਪਦਾਰਥਾ ਭਾਵਨੀ, ਤੇ ਅਖੀਰ ਤੇ ਆ ਜਾਂਦੀ ਤੁਰੀਆ ਅਵਸਥਾ, ਜੋ ਸਭ ਤੋਂ ਉੱਚੀ ਹੈ, ਜਿਸ ਨੂੰ ਚੌਥਾ ਪਦ ਕਿਹਾ ਹੈ। ਗਿਆਨ ਦੀ ਅਵਸਥਾ ਉਸ ਤੋਂ ਉੱਪਰ ਹੋਰ ਕੋਈ ਨਹੀਂ ਹੈ। ਲੋ ਭਗਤ ਜੀ ਕਹਿੰਦੇ ਨੇ ਵੀ ਜਿਹੜਾ ਉਹ ਗਿਆਨ ਰੂਪੀ ਬਿਰਸ਼ ਹੈ, ਜਿਹੜਾ ਉਹਨੂੰ ਉਹ ਫਲ ਲੱਗਦਾ ਹੈ ਨਾ, ਉਹਦੀ ਇੱਕ ਫਾੜੀ ਭਾਵ ਗਿਆਨ ਅਵਸਥਾ ਦੀ ਇੱਕ ਅਵਸਥਾ ਵੀ ਜੇ ਕਿਸੇ ਨੂੰ ਪ੍ਰਾਪਤ ਹੋ ਜਾਵੇ, ਤੇ ਫਿਰ ਉਹ ਦੂਣ ਨਾ ਪਰੀ, ਉਹ 84 ਦੀ ਦੂਣ ਵਿੱਚ ਨਹੀਂ ਪੈਂਦਾ। ਭਾਵ ਉਹਨੂੰ 84 ਦੇ ਚੱਕਰ ਦੇ ਵਿੱਚ ਨਹੀਂ ਜਾਣਾ ਪੈਂਦਾ। ਫੰਕ ਦਾ ਅਰਥ ਜੇ ਇੱਕ ਅਵਸਥਾ ਦੀ, ਗਿਆਨ ਦੀ ਇੱਕ ਅਵਸਥਾ ਦੀ ਵੀ ਵਿਚਾਰ ਕਰ ਲਵੇ, ਤਾਂ ਫਲ ਫੰਕ ਸਭੈ ਤਨ ਫਾਰੈ। ਉਹ ਜਿਹੜੀ ਫਲ ਦੀ ਇੱਕ ਫੰਕ ਅਵਸਥਾ ਵੀ ਹੈ ਨਾ, ਇੱਕ ਫਾੜੀ ਵੀ ਹੈ, ਇੱਕ ਭੂਮਿਕਾ ਵੀ ਜੇ ਕਿਸੇ ਨੂੰ ਮਿਲ ਜਾਵੇ, ਸਭੈ ਤਨ ਫਾਰੈ, ਤੇ ਅੱਗੇ ਜਿਹੜੇ ਹੋਰ ਆਉਣ ਵਾਲੇ ਸਰੀਰ ਨੇ, ਭਾਵ ਜੂਨਾਂ ਦੀ ਭਟਕਣ ਹੈ, ਉਹ ਸਾਰਿਆਂ ਨੂੰ ਹੀ ਫਾਰੈ ਦਾ ਅਰਥ ਪਾੜ ਕੇ ਰੱਖ ਦਿੰਦੀ ਹੈ। ਹੋਰ ਸਾਰੇ ਸਰੀਰ ਹੀ ਨਾਸ਼ ਕਰ ਦਿੰਦੀ ਹੈ। ਜਿਹਨੂੰ ਇੱਕ ਵੀ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇ, ਉਸ ਫਲ ਦੀ ਇੱਕ ਵੀ ਫਾੜੀ ਮਿਲ ਜਾਵੇ, ਤੇ ਫਿਰ ਉਹ ਅੱਗੇ ਹੋਣ ਵਾਲੇ ਧਾਰਨ ਵਾਲੇ ਸਾਰੇ ਸਰੀਰਾਂ ਨੂੰ ਨਾਸ਼ ਕਰ ਦਿੰਦੀ ਹੈ। ਭਾਵ ਉਹਦਾ ਆਵਾਗਮਨ ਤੇ ਜਨਮ ਮਰਨ ਮਿਟ ਜਾਂਦਾ ਹੈ। ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨਾ ਵਿਛੁਰਨ ਪਾਵਾ। ਲੋ ਹੁਣ ਬੱਬੇ ਅੱਖਰ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਨੇ। ਬੱਬਾ ਅੱਖਰ ਕੀ ਕਹਿੰਦਾ ਹੈ? ਬਿੰਦਾ ਹੈ ਬਿੰਦ ਮਿਲਾਵਾ। ਬਿੰਦ ਕਹਿੰਦੇ ਨੇ ਬੂੰਦ ਨੂੰ, ਬਿੰਦ ਤੇ ਜਿਨ ਪਿੰਡ ਕੀਆ, ਬਿੰਦ ਬੂੰਦ ਨੂੰ ਕਹਿੰਦੇ ਨੇ। ਬੂੰਦ ਪਾਣੀ ਦੀ ਵੀ ਹੁੰਦੀ ਹੈ। ਬੱਬਾ ਬਿੰਦ ਹੈ ਬਿੰਦ ਮਿਲਾਵਾ। ਲੋ ਭਗਤ ਜੀ ਕਹਿੰਦੇ ਨੇ ਵੀ ਜਦੋਂ ਪਾਣੀ ਦੀ ਇੱਕ ਬੂੰਦ ਨੂੰ ਤੇ ਸਾਗਰ ਦੀ ਬੂੰਦ ਵਿੱਚ ਮਿਲਾ ਦਿੱਤਾ, ਬਿੰਦਾ ਹੈ ਬਿੰਦ,
ਫਿਰ ਉਹ ਜਿਹੜੀ ਬੂੰਦ ਸੀ ਸਾਗਰ ਦੀ ਬੂੰਦ ਵਿੱਚ ਰਲ ਗਈ, ਨਾ ਵਿਛੜਨ ਪਾਵਾ, ਫਿਰ ਉਹ ਦੁਬਾਰਾ ਮੁੜ ਕੇ ਵਿਛੜਨਾ ਨਹੀਂ ਪਾਉਂਦੀ, ਭਾਵ ਉਹ ਸਮੁੰਦਰ ਤੋਂ ਵੱਖ ਨਹੀਂ ਹੋ ਸਕਦੀ। ਜਿਵੇਂ ਕਿ ਇੱਕ ਥਾਂ ਤੇ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਉਦਾਹਰਣ ਦਿੱਤੀ ਹੈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਨ ਬੁਝੈ ਬਿਧ ਜਾਣੈ। ਸਾਗਰ ਪ੍ਰਮਾਤਮਾ ਹੈ, ਬੂੰਦ ਆਤਮਾ ਹੈ। ਜਦੋਂ ਆਤਮਾ ਉਸ ਪ੍ਰਮਾਤਮਾ ਵਿੱਚ ਮਿਲ ਜਾਂਦੀ ਹੈ, ਬੱਬਾ ਬਿੰਦਹਿ ਬਿੰਦ ਮਿਲਾਵਾ, ਤੇ ਫਿਰ ਬਿੰਦਹਿ ਬਿੰਦ ਜਦੋਂ ਉਸ ਪ੍ਰਮਾਤਮਾ ਦੇ ਵਿੱਚ ਸਾਡੀ ਜੀਵ ਆਤਮਾ ਬੂੰਦ ਮਿਲ ਜਾਂਦੀ ਹੈ, ਨਾ ਵਿਛੜਨ ਪਾਵਾ, ਫਿਰ ਉਹ ਕਦੀ ਵਿਛੜ ਨਹੀਂ ਸਕਦੀ। ਜਿਹੜੀ ਬੂੰਦ ਸਾਗਰ ਦੇ ਵਿੱਚ ਪੈ ਜਾਵੇ, ਉਹ ਫਿਰ ਸਾਗਰ ਤੋਂ ਵੱਖ ਨਹੀਂ ਹੁੰਦੀ। ਜਿਹੜੀ ਆਤਮਾ ਪ੍ਰਮਾਤਮਾ ਵਿੱਚ ਲੀਨ ਹੋ ਜਾਵੇ, ਉਹ ਤੋਂ ਵੱਖ ਨਹੀਂ ਹੋ ਸਕਦੀ। ਇਸੇ ਲਈ ਭਗਤ ਜੀ ਕਹਿੰਦੇ ਨੇ, ਬੱਬਾ ਕਰੇ ਉਪਦੇਸ਼ ਦੇ ਰਿਹਾ ਹੈ, ਬਿੰਦ ਹੈ ਬਿੰਦ ਮਿਲਾਵਾ। ਦੂਸਰਾ ਇਹਦਾ ਅਰਥ, ਬਿੰਦ ਦਾ ਅਰਥ ਹੈ ਪ੍ਰਕਾਸ਼ਕ, ਜੋ ਪ੍ਰਕਾਸ਼ ਰੂਪ ਵਾਹਿਗੁਰੂ ਹੈ। ਜਿਵੇਂ ਗੋਬਿੰਦ ਅਰਥ, ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਕੀਤਾ ਜਾਂਦਾ ਹੈ। ਬਿੰਦ ਅਰਥ ਪ੍ਰਕਾਸ਼ਕ, ਉਹ ਵਾਹਿਗੁਰੂ ਪਰਮੇਸ਼ਰ ਆਪ ਪ੍ਰਕਾਸ਼ ਰੂਪ ਹੈ, ਤੇ ਬਿੰਦ ਉਸੇ ਹੀ ਉਸ ਪ੍ਰਕਾਸ਼ ਦੀ ਕਿਰਨ ਸਾਡੀ ਆਤਮਾ ਹੈ। ਜਿਵੇਂ ਇੱਕ ਸੂਰਜ ਆਏ ਤੇ ਸੂਰਜ ਦੀ ਕਿਰਨ ਹੋਵੇ, ਬੱਬਾ ਬਿੰਦ ਹੈ ਬਿੰਦ ਮਿਲਾਵਾ, ਵੀ ਬਿੰਦ ਪ੍ਰਕਾਸ਼ ਰੂਪ ਜੋ ਅਕਾਲ ਪੁਰਖ ਹੈ, ਉਹਦੀ ਬਿੰਦ ਜੋ ਆਤਮਾ ਹੈ ਸਾਡੀ ਕਿਰਨ, ਜਦੋਂ ਇਹ ਆਤਮਾ ਉਸ ਪਰਮਾਤਮਾ ਸੂਰਜ ਦੇ ਵਿੱਚ ਲੀਨ ਹੋ ਜਾਂਦੀ ਹੈ, ਬਿੰਦ ਹੈ ਬਿੰਦ, ਜਦੋਂ ਉਸ ਬਿੰਦ ਪ੍ਰਕਾਸ਼ ਰੂਪ ਦੇ ਵਿੱਚ ਇਹ ਸਾਡੀ ਪਰਤਕ ਜੋਤ ਲੀਨ ਹੋ ਜਾਂਦੀ ਹੈ, ਨਾ ਵਿਛੜਨ ਪਾਵਾ, ਫਿਰ ਇਹ ਮੁੜ ਕੇ ਵੱਖ ਨਹੀਂ ਹੋ ਸਕਦੀ, ਉਸ ਤੋਂ ਭਿੰਨ ਨਹੀਂ ਹੋ ਸਕਦੀ। ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹੈ। ਲੋ ਬੱਬਾ ਆਖਰ ਸਾਨੂੰ ਇਹ ਵੀ ਉਪਦੇਸ਼ ਦੇ ਰਿਹਾ ਹੈ, ਬੰਦੋ ਹੋਏ ਬੰਦਗੀ ਗਹਿ। ਜਿਹੜਾ ਮਨੁੱਖ ਹੈ, ਬੰਦੋ ਹੋਏ ਬੰਦਾ ਹੋ ਕੇ, ਰੱਬ ਦਾ ਬੰਦਾ ਬਣ ਕੇ, ਜਿਵੇਂ ਪਿੱਛੇ ਆਖਿਆ ਸੀ, ਬੰਦੇ ਬੰਦਗੀ ਅਖਤਿਆਰ, ਬੰਦੇ ਦਾ ਕੰਮ ਹੈ ਬਸ ਬੰਦਗੀ ਵਿੱਚ ਹੀ ਤਿਆਰ ਬਰਤਿਆਰ ਹੋ ਕੇ ਲੱਗਿਆ ਰਵੇ, ਬੰਦਗੀ ਵਿੱਚ ਹੀ ਕਮਰ ਕੱਸਾ ਕਰਕੇ ਲੱਗਿਆ ਰਵੇ। ਬੰਦੋ ਹੋਏ, ਜਿਹੜਾ ਬੰਦਾ ਬਣ ਜਾਂਦਾ ਹੈ, ਬੰਦਗੀ ਗਹਿ, ਉਹਨੂੰ ਵਾਹਿਗੁਰੂ ਦੀ ਬੰਦਗੀ, ਭਗਤੀ, ਇਬਾਦਤ ਗ੍ਰਹਿਣ ਕਰਨੀ ਚਾਹੀਦੀ ਹੈ। ਬੰਦਕ ਹੋਏ, ਜਿਹੜਾ ਬੰਦਾ ਉਸ ਵਾਹਿਗੁਰੂ ਦੇ ਬੰਦੀ ਖਾਨੇ ਦੇ ਵਿੱਚ ਪੈ ਜਾਂਦਾ ਹੈ, ਬੰਦਕ ਦਾ ਅਰਥ ਹੁੰਦਾ ਵੀ ਕੈਦੀ, ਵੀ ਜਿਹੜਾ ਮਨੁੱਖ ਉਸ ਵਾਹਿਗੁਰੂ ਦਾ ਬੰਦਾ ਬਣ ਕੇ, ਭਗਤ ਬਣ ਕੇ, ਦਾਸ ਬਣ ਕੇ ਉਸ ਵਾਹਿਗੁਰੂ ਦੀ ਆਗਿਆ ਦੇ ਬੰਦੀ ਖਾਨੇ ਦੇ ਵਿੱਚ ਪੈ ਜਾਂਦਾ ਹੈ, ਭਾਵ ਜਿਹੜਾ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਹੈ ਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ, ਜਿਹਦੀ ਇਹ ਅਵਸਥਾ ਬਣ ਜਾਂਦੀ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਬੰਦ ਸੁਧ ਲਹੈ। ਤੇ ਫਿਰ ਵਾਹਿਗੁਰੂ ਬੰਦ, ਜਿਵੇਂ ਕੋਈ ਨੇੜ ਦਾ ਸੰਬੰਧੀ ਰਿਸ਼ਤੇਦਾਰ ਹੁੰਦਾ ਨਾ, ਕੋਈ ਆਦਮੀ ਬਿਮਾਰ ਹੋ ਜਾਵੇ ਤੇ ਜਿਹੜਾ ਬਹੁਤਾ ਕਰੀਬੀ ਰਿਸ਼ਤੇਦਾਰ ਉਸੇ ਵੇਲੇ ਦੌੜਿਆ ਹੁੰਦਾ, ਉਹਦੀ ਆ ਕੇ ਖਬਰ ਸਾਰ ਲੈਂਦਾ, ਤੇ ਜਿਹੜਾ ਰੱਬ ਦਾ ਬੰਦਾ ਬਣ ਜਾਂਦਾ ਤੇ ਵਾਹਿਗੁਰੂ ਦੀ ਰਜ਼ਾ ਦਾ ਬੰਦਕ ਕੈਦੀ ਬਣ ਜਾਂਦਾ ਹੈ, ਤੇ ਫਿਰ ਵਾਹਿਗੁਰੂ ਬੰਦ ਸੰਬੰਧੀ ਹੋ ਕੇ, ਉਹਦਾ ਰਿਸ਼ਤੇਦਾਰ ਹੋ ਕੇ ਉਹਦੀ ਆ ਕੇ ਖਬਰ ਸਾਰ ਲੈਂਦਾ ਹੈ। ਪੱਬਾ ਭੇਦੈ ਭੇਦ ਮਿਲਾਵਾ, ਅਬ ਪੋ ਭਾਨ ਪਰੋਸੋ ਆਵਾ। ਲੋ ਹੁਣ ਅੱਗੇ ਪੱਬਾ ਅਖਰ ਕੀ ਉਪਦੇਸ਼ ਦੇ ਰਿਹਾ ਹੈ। ਭਗਤ ਜੀ ਕਹਿੰਦੇ ਨੇ, ਪੱਬਾ ਅਖਰ ਇਹ ਕਹਿੰਦਾ ਹੈ, ਭੇਦੈ ਹੈ ਭੇਦ ਮਿਲਾਵਾ, ਵੀ ਜਿਸ ਮਨੁੱਖ ਨੇ ਆਪਣੇ ਅੰਦਰਲਾ ਜਿਹੜਾ ਭੇਦ ਹੈ ਤੇ ਇੱਕ ਬਾਹਰਲਾ ਭੇਦ ਹੈ, ਅਥਵਾ ਜਿਹੜਾ ਇੱਕ ਤਾਂ ਭੇਦ ਹੈ ਜੀਵ ਦਾ, ਦੂਸਰਾ ਭੇਦ ਹੈ ਈਸ਼ਵਰ ਦਾ, ਪੱਬਾ ਭੇਦ ਹੈ ਭੇਦ ਮਿਲਾਵਾ, ਵੀ ਇਹ ਜਿਹੜਾ ਜੀਵ ਤੇ ਈਸ਼ਵਰ ਦਾ ਵੱਖੋ ਵੱਖਰਾ ਭੇਦ ਸੀ, ਜਿਸ ਨੇ ਇਹਨੂੰ ਮਿਲਾਵਾ ਅਭਾਵ ਕਰ ਦਿੱਤਾ। ਜੀਵ ਈਸ਼ਵਰ ਦਾ ਜਿਹੜਾ ਭੇਦ ਸੀ, ਇਹਨੂੰ ਮਿਟਾ ਦਿੱਤਾ। ਅਬ ਪਉ ਭਾਨ ਭਰੋਸੋ ਆਵਾ, ਅਬ ਪਉ ਭਾਨ, ਤੇ ਹੁਣ ਹਰ ਤਰ੍ਹਾਂ ਦਾ ਪਉ ਡਰ, ਭਾਨ ਦਾ ਅਰਥ ਹੈ ਭੰਨ ਕੇ, ਨਾਸ ਕਰਕੇ, ਤੇ ਮਨ ਭਰੋਸੇ ਵਿੱਚ ਆ ਗਿਆ ਹੈ। ਇਹਦਾ ਮਤਲਬ ਇਹ ਹੈ, ਪੱਬਾ ਇਹ ਉਪਦੇਸ਼ ਦਿੰਦਾ ਹੈ ਵੀ ਜਿਹੜਾ ਮਨੁੱਖ ਭੇਦ ਨੂੰ ਭੇਦ ਦਿੰਦਾ ਹੈ, ਭੇਦ ਨੂੰ ਵਿੰਨ ਦਿੰਦਾ ਹੈ, ਤੇ ਜੀਵ ਈਸ਼ ਦੇ ਭੇਦ ਨੂੰ ਮਿਟਾ ਦਿੰਦਾ ਹੈ, ਤੇ ਵਾਹਿਗੁਰੂ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਅਬ ਪਉ ਭਾਨ ਭਰੋਸੋ ਆਵਾ, ਹੁਣ ਸਾਰਾ ਡਰ ਪੈ, ਭਾਨ ਦਾ ਅਰਥ ਨਾਸ ਹੋ ਗਿਆ, ਤੇ ਮਨ ਭਰੋਸੇ ਵਿੱਚ ਆ ਗਿਆ ਹੈ।
ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਪੂਪਤ ਪਹਿਚਾਨਿਆ। ਲੋ ਭਗਤ ਜੀ ਕਹਿੰਦੇ ਨੇ ਜੋ ਬਾਹਰ, ਜੋ ਵਾਹਿਗੁਰੂ ਬਾਹਰ ਸੀ, ਜਿਸ ਨੂੰ ਬਾਹਰ ਸਮਝਦੇ ਸੀ, ਸੋ ਭੀਤਰ ਜਾਣਿਆ, ਉਹਨੂੰ ਹੁਣ ਆਪਣੇ ਅੰਦਰ ਵੀ ਅਨੁਭਵ ਕਰ ਲਿਆ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਹਰ ਆਦਮੀ ਪਹਿਲਾਂ ਤੇ ਪ੍ਰਮਾਤਮਾ ਨੂੰ ਆਪਣੇ ਤੋਂ ਬਾਹਰ ਹੀ ਜਾਣਦਾ ਨਾ, ਪ੍ਰਮਾਤਮਾ ਮੈਥੋਂ ਬਾਹਰ ਹੀ ਹੈ ਕਿਧਰੇ। ਪਰ ਭਗਤ ਜੀ ਕਹਿੰਦੇ ਨੇ ਜਿਸ ਨੂੰ ਬਾਹਰ ਸਮਝਦੇ ਸੀ ਉਹਨੂੰ ਆਪਣੇ ਅੰਦਰ ਹੀ ਹੁਣ ਜਾਣ ਲਿਆ। ਭਇਆ ਭੇਦ ਭੂਪਤ ਪਹਿਚਾਨਿਆ। ਲਓ ਜਦੋਂ ਭਇਆ ਭੇਦ, ਉਸ ਵਾਹਿਗੁਰੂ ਦਾ ਭੇਤ, ਭਇਆ ਦਾ ਅਰਥ ਪ੍ਰਾਪਤ ਹੋ ਗਿਆ, ਜਦੋਂ ਵਾਹਿਗੁਰੂ ਦਾ ਭੇਤ ਲੱਭ ਗਿਆ, ਭੂਪਤ ਪਹਿਚਾਨਿਆ, ਤੇ ਫਿਰ ਉਸ ਰਾਜੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪਛਾਣ ਲਿਆ। ਜਿਸ ਨੂੰ ਇਸ ਗੱਲ ਦਾ ਭੇਤ ਲੱਭ ਜਾਵੇ ਉਹ ਪਰਮਾਤਮਾ ਸਾਡੇ ਅੰਦਰ ਬੈਠਾ ਹੈ। ਜਦੋਂ ਇਹ ਭੇਦ ਖੁੱਲ੍ਹ ਜਾਵੇ ਤੇ ਫਿਰ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਤੇ ਉਹਦੀ ਜਾਣ ਪਛਾਣ ਵੀ ਹੋ ਜਾਂਦੀ ਹੈ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਹ ਬਾਣੀ ਬਹੁਤ ਗਹਿਰ ਗੰਭੀਰ ਹੈ। ਜਿਵੇਂ ਜਿਵੇਂ ਆਪਾਂ ਇਹਦੀ ਵਿਚਾਰ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਇਹ ਬਾਣੀ ਆਕਾਸ਼ ਨਾਲੋਂ ਵੀ ਉੱਚੀ, ਸਮੁੰਦਰ ਨਾਲੋਂ ਵੀ ਗਹਿਰ ਗੰਭੀਰ ਹੈ। ਇਸ ਲਈ ਭਗਤ ਜੀ ਕਹਿੰਦੇ ਨੇ ਵੀ ਜਿਸ ਨੇ ਇਸ ਪਵਿੱਤਰ ਭੇਤ ਨੂੰ ਸਮਝ ਲਿਆ, ਭੇਤ ਨੂੰ ਲੱਭ ਲਿਆ, ਉਹਨੂੰ ਪਾਤਸ਼ਾਹ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ, ਉਹਦੀ ਵੀ ਪਛਾਣ ਹੋ ਜਾਂਦੀ ਹੈ। ਇਸ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।